सतनाम श्री वाहिगुरु साहिब जीओ। शारदा मंगल भुजंग परयात छंद। नमो शारदा मात विद्या परदैनी। करो मेद भेदा यथा कं त्रिबैनी। नमो शारदा मात विद्या परदैनी। वाहिगुरु जी का खालसा वाहिगुरु जी की फतेह। सो जो पंडित हरदयाल जी वालों ग्रंथ करता वालों मंगल किए गए है कवियां की संकेत मर्यादा अनुसार नियम अनुसार ਉਹਦੇ ਨਾਲ ਪਹਿਲਾਂ ਉਹਨਾਂ ਨੇ ਮੂਲ ਰੂਪ ਵਿੱਚ ਦੋ ਮੰਗਲ ਕੀਤੇ। ਵਿਸ਼ਨੂੰ ਭਗਵਾਨ ਜੀ ਦਾ, ਦੂਸਰਾ ਗਣੇਸ਼ ਜੀ ਦਾ, ਅਥਵਾ ਦੋਨੋਂ ਹੀ ਮੰਗਲ ਪਰਮੇਸ਼ਰ ਦੇ ਹੈ। ਤੀਸਰਾ ਮੰਗਲ ਜੋ ਸਰਸਵਤੀ ਕਵਿਤਾ ਸਫੁਰਨ ਕਰਾਉਂਦੀ ਹੈ, ਭਾਵ ਵਿਦਿਆ ਦੀ ਦਾਤੀ, ਕਵਿਤਾ ਕਵੀ ਜਨਾਂ ਦੀ ਰਸਨਾ ਤੇ ਸਫੁਰਨ ਕਰਾਉਣ ਵਾਲੀ, ਵਿਦਵਾਨਾਂ ਦੇ ਰਸਨਾ ਤੇ ਜਿਹੜੀ ਕਵਿਤਾ ਸਫੁਰਨ ਕਰਵਾਉਣ ਵਾਲੀ, ਛੰਦਾਬੰਦੀ ਨੂੰ ਨਿਯਮ ਅਨੁਸਾਰ ਸਫੁਰਨ ਕਰਨ ਵਾਲੀ, ਉਹਦਾ ਮੰਗਲ ਹੁਣ ਇੱਥੇ ਕਰ ਰਹੇ ਹੈ। ਸਰਸਵਤੀ ਕਹਿ ਲਓ, ਸਰਸਤੀ ਕਹਿ ਲਓ, ਸਾਰਦਾ ਕਹਿ ਲਓ, ਇੱਕ ਹੀ ਗੱਲ ਹੈ ਕਿ ਜੋ ਸਾ ਕਹੀਏ ਸਹਿਤ ਕਰ ਦੇਣ ਵਾਲੀ ਹੈ, ਰਸ ਕਈ ਰਸਨਾ ਨੂੰ ਵਤੀ ਨਾ ਵਾਲੀ, ਰਸ ਦੇ ਸਹਿਤ ਕਰ ਦੇਣ ਵਾਲੀ ਹੈ, ਵਿਦਿਆ ਦੀ ਦਾਤੀ, ਉਹਦਾ ਮੰਗਲ ਕਰਦੇ ਹੈ। ਤੇ ਦੂਜਾ ਦਾ ਨਾਮ ਹੈ ਸਾਰਦਾ, ਸਾਰ ਨਾਮ ਸ੍ਰੇਸ਼ਟਤਾ ਹੁੰਦਾ, ਜੋ ਸ੍ਰੇਸ਼ਟਤਾ ਜੀ ਦਾ ਦਾ ਕਹੀਏ, ਦਾਨ ਦੇਣ ਵਾਲੀ, ਦਾ ਕਹੀਏ ਦਾਤੀ ਹੈ। श्रेष्ठ की है कि जो आत्म विषाणी बुद्धि है, जो आत्म विषाणी बुद्धि श्रेष्ठ, ਉਹਦਾ जो दाती कहिए दान देने वाली है। क्योंकि जो श्रेष्ठ आत्म विषाणी बुद्ध होगी, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਹੀਂ ਹੋਣਗੇ, ਤੇ ਉਹ ਸ੍ਰੇਸ਼ਟਤਾਈ ਆਤਮ ਵਿਸ਼ਾਣੀ ਬੁੱਧ ਹੀ ਜਿਹੜੀ ਹੈ ਕਵਿਤਾ ਉਚਾਰ ਸਕੇਗੀ। ਇਸ ਕਰਕੇ ਇਹਦਾ ਨਾਮ ਸਾਰਦਾ ਵੀ ਹੈ। ਫਿਰ ਸਾਰ ਨਾਮ ਸ੍ਰੇਸ਼ਟ ਦਾ। ਸ੍ਰੇਸ਼ਟ ਕੀ ਹੈ? ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਅਹਿੰਸਾ। ਇਹ ਸ੍ਰੇਸ਼ਟ ਗੁਣਾਂ ਦਾ ਜੋ ਦਾ ਕਹੀਏ ਦਾਨ ਦੇਣ ਵਾਲੀ, ਦਾ ਕਹੀਏ ਦਾਤੀ ਹੈ, ਉਹ ਸਾਰਦਾ ਦਾ ਮੰਗਲ ਹੁਣ ਕਰ ਰਹੇ ਹੈ। ਸਾਰਦਾ ਮੰਗਲ ਵੀ ਪੰਡਿਤ ਹਰਦਿਆਲ ਜੀ ਕਵੀਆਂ ਦੀ ਸੰਕੇਤ ਮਰਿਆਦਾ ਅਨੁਸਾਰ ਸਾਰਦਾ ਕਹੀਏ ਕਵਿਤਾ ਦੀ ਦਾਤੀ, ਜੋ ਕਵਿਤਾ ਐ ਸਫੁਰਨ ਕਰਾਉਣ ਵਾਲੀ, ਸਰਲ ਕਰਾਉਣ ਵਾਲੀ, ਜਿਹੜੀ ਸੂਤੇ ਸੇਧੀ ਰਸਨਾ ਤੇ ਕਵਿਤਾ ਨਿਕਲੇ, ਉਸ ਸਰਸਤੀ ਦਾ ਮੰਗਲ ਕਰਦੇ ਹਨ। ਭਜੰਗ ਪਰਿਆਤ ਛੰਦ। ਜੰਗ ਪਰਿਆਤ ਛੰਦ ਹੈ। ਨਮੋ ਸਾਰਦਾ ਮਾਤ। ਪੰਡਿਤ ਹਰਦਿਆਲ ਜੀ ਕਹਿੰਦੇ ਹੈ ਕਿ ਮੈਂ ਮਾਤ ਕਹੀਏ ਮਾਤਾ, ਜੋ ਸਾਰਦਾ ਸਰਸਤੀ ਹੈ, ਸਰਸਵਤੀ ਹੈ, ਜਾਂ ਜੋ ਸਾਰਦਾ ਕਹੀਏ ਵਿਦਿਆ ਦੀ ਦਾਤੀ ਹੈ। ਮੁੱਖ ਨਾਮ ਇਹਦਾ ਵਿਦਿਆ ਦੀ ਦਾਤੀ। ਕਿਉਂਕਿ ਵਿਦਿਆ ਦੀ ਦਾਤੀ ਜੇ ਮਿਹਰ ਕਰੂਗੀ ਸਾਰਦਾ, ਤੇ ਤਾਂ ਹੀ ਆਪਾਂ ਨੂੰ ਵਿਦਿਆ ਆਊਗੀ ਤੇ ਆਪਾਂ ਕਵਿਤਾ ਰਚਾਂਗੇ, ਕਵਿਤਾ ਲਿਖਾਂਗੇ। ਤਾਂ ਕਰਕੇ ਇਹਦਾ ਨਾਮ ਵਿਦਿਆ ਦੀ ਦਾਤੀ ਆਪਾਂ ਲਿਖ ਕਰਦੇ ਹਾਂ ਅਰਥ। ਜਦੋਂ ਨਾਨਕ ਪ੍ਰਕਾਸ਼ ਪੜ੍ਹੀਦਾ, ਬਹੁਤੇ ਮੰਗਲ ਸਾਰਦਾ ਦੇ ਆਉਂਦੇ ਆ, ਉਦੋਂ ਜਿਹੜੇ ਕੋਈ ਭੁਲੱਕੜ ਲੋਕ ਹੈ ਉਹ ਕਹਿੰਦੇ ਵੇਖੋ ਇਹ ਭਾਈ ਸੰਤੋਖ ਸਿੰਘ ਜੀ ਜਿਹੜੇ ਆ ਨਾ, ਉਹ ਬ੍ਰਾਹਮਣਵਾਦ ਦੇ ਅਧੀਨ ਹੈ ਤੇ ਉਹ ਸਰਸਵਤੀ ਦੇ ਉਪਾਸਕ ਹਨ। ਪਰ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖ ਕੇ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਆਪਣਾ ਇਸ਼ਟ ਜਣਾ ਦਿੱਤਾ ਵੀ ਮੈਂ ਕਿਸ ਦਾ ਉਪਾਸਕ ਹਾਂ। ਕਵੀਆਂ ਦੀ ਮਰਿਆਦਾ ਅਨੁਸਾਰ ਵੀ ਮੰਗਲ ਸਾਰਦਾ ਦੇ ਵੀ ਰੱਖੇ ਹੈ, ਤੇ ਸਾਰਦਾ ਨਾਮ ਹੁੰਦਾ ਵਿਦਿਆ ਦੀ ਦਾਤੀ ਦਾ। ਅੱਗੇ ਆ ਵੀ ਜਾਣਾ ਵਿੱਚ ਹੀ ਇਸੇ ਜੀ ਤੁਕ ਜੀ, ਵਿਦਿਆ ਪਰਦੈਨੀ, ਜੋ ਵਿਦਿਆ ਦਾ ਭਾਵ ਧਿਆਨ ਦੇਣ ਵਾਲੀ,
ਉਹ ਕੀ ਹੈ ਸਾਰਦਾ, ਭਾਵ ਵਿਦਿਆ ਦੀ ਦਾਤੀ ਹੋ ਗਈ ਨਾ। ਫਿਰ ਕਹਿੰਦੇ ਆ ਮੈਂ ਸਾਰਦਾ ਜੋ ਵਿਦਿਆ ਦੀ ਦਾਤੀ ਹੈ ਉਹਦਾ ਉਸ ਮਾਤਾ ਨੂੰ ਨਮੋ ਕਹੀਏ ਨਮਸਕਾਰ ਕਰਦਾ ਹਾਂ। ਕਿਉਂ? ਕਿਉਂਕਿ ਜੋ ਵਿਦਿਆ ਪਰਦੈਨੀ, ਜੋ ਕਹੀਏ ਵਿਦਿਆ ਦੀ ਦਾਤ ਦੀ, ਵਿਦਿਆ ਦੀ ਜਿਹੜੀ ਦਾਤ ਆ ਉਹਨੂੰ ਪਰ ਕਹੀਏ ਵਿਸ਼ੇਸ਼ ਕਰਕੇ ਦੈਨੀ ਕਹੀਏ ਦੇਣ ਵਾਲੀ ਹੈ। ਇਹੀ ਇਹਦਾ ਅੰਤਰੀ ਅਰਥ ਆ, ਇਹੀ ਇਹਦਾ ਜਿਹੜਾ ਵਾ ਬਾਹਰੀ ਅਰਥ ਆ। ਸਾਰ ਦਾ ਕਹੋਗੇ ਸਿੱਧਾ ਸਰਸਵਤੀ ਕਹਿ ਲਓਗੇ, ਜੇ ਆਪਾਂ ਅੰਤਰੀ ਅਰਥ ਨਾ ਕਵਾਂਗੇ ਤੇ ਕਵਾਂਗੇ ਵੀ ਵਿਦਿਆ ਦੀ ਦਾਤੀ ਜੋ ਹੈ ਉਹਨੂੰ ਮੈਂ ਨਮਸਕਾਰ ਕਰਦਾ, ਜੋ ਵਿਦਿਆ ਦਾ ਪਰ ਕਹੀਏ ਵਿਸ਼ੇਸ਼ ਕਰਕੇ ਦੈਨੀ ਕਹੀਏ ਦਾਨ ਦੇਣ ਵਾਲੀ ਹੈ। ਕਰੋ ਮੇਦ ਮੇਦਾ, ਹੈ ਮਾਤਾ ਵਿਦਿਆ ਦੀ ਦਾਤੀ ਸਰਸਵਤੀ, ਤੁਸੀਂ ਜਿਹੜੀ ਮੇਦ ਕਹੀਏ, ਮੇਦ ਨਾਮ ਕਿਹਦਾ ਵਾ? ਉਜਲ ਦਾ। ਮੇਰੀ ਉਜਲ ਕਰੋ, ਕੀ ਮੇਦਾ ਕਹੀਏ ਬੁੱਧੀ, ਬੁੱਧੀ ਨੂੰ ਉਜਲ ਕਰੋ। ਮੇਦਾ ਨਾਮ ਬੁੱਧੀ ਦਾ, ਮੇਦ ਨਾਮ ਉਜਲ ਦਾ। ਮੇਰੀ ਬੁੱਧੀ ਮੇਦਾ ਕਹੀਏ, ਮੇਰੀ ਬੁੱਧੀ ਨੂੰ ਮੇਦ ਕਹੀਏ ਉਜਲ ਕਰੋ ਜੀ। ਕਿਸ ਪ੍ਰਕਾਰ? ਯਥਾ ਕੰਗ ਤਿਰਬੈਨੀ, ਯਥਾ ਕਹੀਏ ਜਿਸ ਪ੍ਰਕਾਰ, ਜਿਸ ਤਰ੍ਹਾਂ। ਤਿਰਬੈਨੀ ਕਹੀਏ ਤਿੰਨ ਨਦੀਆਂ, ਤੇਰਾ ਨਾਮ ਤਿੰਨ ਦਾ, ਬੈਨੀ ਕਹੀਏ ਨਦੀਆਂ ਦਾ। ਜੋ ਤਿੰਨ ਨਦੀਆਂ ਉਹ ਕਿਹੜੀ? ਗੰਗਾ, ਜਮਨਾ, ਸਰਸਵਤੀ। ਹਾਂਜੀ, ਪ੍ਰਯਾਗਰਾਜ। ਜਿਵੇਂ ਪ੍ਰਯਾਗਰਾਜ ਦਾ ਕੰਗ ਨਾਮ ਕਹੀਏ ਜਲ ਬਹੁਤ ਪਵਿੱਤਰ ਮੰਨਿਆ। ਇਹ ਗੰਗਾ, ਜਮਨਾ, ਸਰਸਵਤੀ ਦੇ ਲੱਗਦੇ ਨਾ ਪ੍ਰਯਾਗਰਾਜ ਤੇ ਲੋਕ ਇਸ਼ਨਾਨ ਕਰਦੇ ਕੁੰਭ ਤੇ ਜਾ ਕੇ। ਕਹਿੰਦੇ ਜਥਾ ਕੰਗ ਤਿਰਬੈਨੀ, ਜਿਸ ਤਰ੍ਹਾਂ ਤਿਰਬੈਨੀ ਤਿੰਨਾਂ ਨਦੀਆਂ ਗੰਗਾ, ਜਮਨਾ, ਸਰਸਵਤੀ ਦਾ ਕੰਗ ਨਾਮ ਕਹੀਏ ਜਲ ਪਵਿੱਤਰ ਮੰਨਿਆ, ਉਸੇ ਤਰ੍ਹਾਂ ਮੇਰੀ ਬੁੱਧੀ ਜਿਹੜੀ ਹੈ ਤੁਸੀਂ ਇਹ ਮਾਤਾ ਸਾਰਦਾ ਜੀ ਵਿਦਿਆ ਦੀ ਦਾਤੀ ਪਵਿੱਤਰ ਕਰੋ। ਠੀਕ ਹੈ ਜੀ। ਕਾਹਦੀ ਪਵਿੱਤਰਤਾ ਮੰਗਦੇ ਹੋ ਅੱਗੇ ਆ ਜਾਏਗਾ। ਤੇ ਇਸੇ ਤਰ੍ਹਾਂ ਅੰਤਰੀ ਅਰਥ ਨਾਲ ਵੀ ਕੀ ਆ, ਜਿਹੜੀ ਸਤ ਸੰਗਤ ਆ ਇਹ ਮਾਨੋ ਪ੍ਰਯਾਗਰਾਜ ਸਤ ਸੰਗਤ, ਇਹ ਤਿਰਬੈਣੀ ਚੱਲਣ ਦੀ। ਤਿਰਬੈਣੀ ਕੀ ਆ? ਤਿਰਬੈਣੀ ਨਾਮ ਤਿੰਨਾਂ ਨਦੀਆਂ ਦਾ। ਆਹ ਸਤ ਸੰਗਤ, ਸਤ ਸੰਗਤ ਰੂਪੀ ਪ੍ਰਯਾਗਰਾਜ ਆ। ਤੇ ਇਹਦੇ ਵਿੱਚ ਜਿਹੜਾ ਪ੍ਰਯਾਗਰਾਜ ਹੈ ਨਾ, ਜਿੱਥੇ ਸੰਗਮ ਤਿੰਨਾਂ ਨਦੀਆਂ ਦਾ ਮੇਲ ਹੁੰਦਾ ਉਹਨੂੰ ਤਿਰਬੈਣੀ ਕਹਿੰਦੇ ਆ। ਜਿੱਥੇ ਤਿੰਨਾਂ ਨਦੀਆਂ ਦਾ ਮੇਲ ਹੁੰਦਾ, ਗੰਗਾ, ਜਮਨਾ, ਸਰਸਵਤੀ, ਉਹਨੂੰ ਸੰਗਮ ਵੀ ਕਹਿ ਦਈਦਾ ਤੇ ਉਹਨੂੰ ਪ੍ਰਯਾਗਰਾਜ ਜਿੱਥੇ ਤਿੰਨੇ ਨਦੀਆਂ ਦਾ ਮੇਲ ਹੁੰਦਾ ਉਹ ਕੀ ਆ? ਸਤ ਸੰਗਤ ਰੂਪੀ ਪ੍ਰਯਾਗਰਾਜ। ਉਹਦੇ ਵਿੱਚ ਤਿੰਨਾਂ ਨਦੀਆਂ ਦਾ ਮੇਲ ਹੋ ਰਿਹਾ, ਤਿਰਬੈਣੀ ਚੱਲ ਰਹੀ। ਉਹ ਕਿਹੜੀ? ਸਾਧ ਸੰਗਤ ਰੂਪੀ ਪ੍ਰਯਾਗਰਾਜ 'ਚ ਭਗਤੀ ਰੂਪੀ ਗੰਗਾ ਬਹਿ ਰਹੀ। ਤੇ ਬ੍ਰਹਮ ਪਰਮੇਸ਼ਰ ਦੀ ਜਿਹੜੀ ਵਿਚਾਰ ਕਰਨੀ, ਉਹਨੂੰ ਸੱਤ ਜਾਣਨਾ, ਸੰਸਾਰ ਨੂੰ ਅਸੱਤ ਜਾਣਨਾ, ਇਹ ਬ੍ਰਹਮ ਦੀ ਵਿਚਾਰ ਰੂਪੀ ਸਰਸਵਤੀ ਬਹਿ ਰਹੀ ਹੈ ਸਤ ਸੰਗਤ ਰੂਪੀ ਪ੍ਰਯਾਗਰਾਜ 'ਚ। ਜਿਹੜੇ ਵਿਧ ਕਰਮ ਆਖੇ ਆ ਸ਼ਾਸਤਰਾਂ ਨੇ ਵੀ ਕਰਨ ਵਾਲੇ ਆ, ਕਰਨੇ ਚਾਹੀਦੇ ਆ, ਤੇ ਜਿਹੜੇ ਨਿਖੇਧ ਵੀ ਆ ਨਹੀਂ ਕਰਨੇ ਚਾਹੀਦੇ, ਇਹ ਵਿਧ ਤੇ ਨਿਖੇਧ ਰੂਪੀ ਕਰਮਾਂ ਦੀ ਜਿਹੜੀ ਕਥਾ ਚੱਲਣ ਦੀ ਆ, ਇਹ ਵੀ ਇਹ ਆ ਕਰੋ ਆ ਨਾ ਕਰੋ, ਇਹ ਵਿਧ ਨਿਖੇਧ ਰੂਪੀ ਕਰਮਾਂ ਦੀ ਜਿਹੜੀ ਕਥਾ ਰੂਪੀ ਜਮਨਾ ਚੱਲ ਰਹੀ ਹੈ। ਕਿੱਥੇ ਮਾਂ ਭਾਵ ਹੁਣ ਜਦੋਂ ਕਥਾ ਕਰੀਦੀ ਆ ਉਦੋਂ ਕਹੀਦਾ ਜਾਂਦਾ ਨਾ ਵੀ ਆਹ ਕਰਮ ਭਾਈ ਕਰੋ, ਇਸ਼ਨਾਨ ਪਾਣ ਕਰੋ, ਪੂਜਾ ਕਰੋ, ਗੁਰੂ ਨੂੰ ਮੰਨੋ, ਸੱਚੇ ਪਾਤਸ਼ਾਹ ਸਤਿਕਾਰ ਕਰੋ, ਮਰਿਆਦਾ ਕਰੋ, ਇਹ ਵਿਧ ਕਰਮ ਆ। ਨਿਖੇਧ ਭਾਈ ਵੇਖੋ ਕਾਮੀ ਨਾ ਹੋ, ਕ੍ਰੋਧੀ ਨਾ ਹੋ, ਕਿਸੇ ਦਾ ਬੁਰਾ ਨਾ ਕਰੋ, ਗੁਰੂ ਦੇ ਅਨੁਸਾਰ ਚੱਲੋ, ਮਨ ਮਤ ਤਿਆਗੋ, ਇਹ ਨਿਖੇਧ ਕਰਮ ਜਿੱਤੋਂ ਰੋਕਿਆ ਜਾਂਦਾ। ਤੇ ਇਹ ਕਥਾ ਚੱਲਦੀ, ਇਹ ਵਿਧ ਨਿਖੇਧ ਰੂਪੀ ਕਰਮਾਂ ਦੀ ਜਿਹੜੀ ਕਥਾ ਰੂਪੀ ਆ ਜਮਨਾ ਚੱਲ ਰਹੀ, ਇਹ ਕਿੱਥੇ ਦੱਸਿਆ ਜਾਂਦਾ? ਸਤ ਸੰਗਤ ਜੀ। ਸਤ ਸੰਗਤ ਜੀ ਦੱਸਿਆ ਜਾਂਦਾ ਵਾ ਵੀ ਚੌਂਕੜਾ ਮਾਰ ਕੇ ਬੈਠ ਕੇ ਭਗਤੀ ਕਰਨੀ ਹੈ। ਉੱਥੇ ਹੀ ਦੱਸਿਆ ਜਾਂਦਾ ਭਾਈ ਪਰਮੇਸ਼ਰ ਹੀ ਸੱਚ ਆ, ਬਾਕੀ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ। ਇਸ ਤਰ੍ਹਾਂ ਇਹ ਸਰਸਵਤੀ ਆਹ ਸਤ ਸੰਗਤ ਰੂਪੀ ਪ੍ਰਯਾਗਰਾਜ। ਜਿੱਦਾਂ ਪ੍ਰਯਾਗਰਾਜ ਤਿਰਬੈਣੀ ਤਿੰਨਾਂ ਨਦੀਆਂ ਦਾ ਜਲ ਪੈਂਦਾ, ਇਸੇ ਤਰ੍ਹਾਂ ਸਤ ਸੰਗਤ ਰੂਪੀ ਪ੍ਰਯਾਗਰਾਜ 'ਚ ਭਗਤੀ ਰੂਪ ਗੰਗਾ ਬਹਿ ਰਹੀ ਹੈ, ਚੱਲ ਰਹੀ ਹੈ। ਬ੍ਰਹਮ ਦੀ ਵਿਚਾਰ ਰੂਪੀ ਸਰਸਵਤੀ ਚੱਲ ਰਹੀ ਹੈ। ਵਿਦ
ਕੰਮ ਜਿਹੜੇ ਕਰਨ ਵਾਲੇ ਆ, ਨਿਖੇਧ ਜਿਹੜੇ ਨਹੀਂ ਕਰਨ ਵਾਲੇ, ਇਸ ਕਰਮਾਂ ਰੂਪੀ ਜਿਹੜੀ ਕਥਾ ਚੱਲਣ ਦੀ, ਇਹ ਜਮਣਾ ਚੱਲ ਰਹੀ ਸਤਸੰਗ ਦੇ ਵਿੱਚ। ਇਹੋ ਜਿਹੀ ਜਿਹੜੀ ਸਤਸੰਗਤ ਰੂਪੀ ਤਰਬੈਣੀ ਵਿੱਚ ਆ, ਮੈਨੂੰ ਮਿਲ ਕੇ ਨਾ ਇਹ ਸਾਰਦਾ ਵਿਦਿਆ ਦਾਤੀ, ਮੇਰੀ ਬੁੱਧੀ ਜਿਹੜੀ ਆ ਮੇਦਾ ਕਹੀ, ਮੇਰੀ ਬੁੱਧੀ ਨੂੰ ਮੇਦ ਕਹੀਏ ਪਵਿੱਤਰ ਕਰੋ। ਇਸ ਤਰ੍ਹਾਂ ਦਾ ਅਰਥ ਵੀ ਲੱਗ ਜਾਂਦਾ ਹੈ। ਹੌਲੀ ਹੌਲੀ ਕੀਤਾ, ਦੁਬਾਰਾ ਰਿਪੀਟ ਕਰਕੇ ਆਪ ਜੀ ਸੁਣ ਸਕਦੇ ਵੀ ਪਵਿੱਤਰ ਕਿਵੇਂ ਕਰੋ। ਹੁਣ ਇਹ ਵੀ ਦੱਸਣ ਲੱਗੇ ਆ ਵੀ ਮੈਨੂੰ ਦਿਓ ਕੀ ਤੇ ਵਿੱਚੋਂ ਨਸ਼ਟ ਕੀ ਕਰੋ। ਕਰੋ ਨਸ਼ਟ ਮੋਹਾਦ, ਹੇ ਸਰਸਵਤੀ ਮਾਤਾ ਭਾਵ ਵਿਦਿਆ ਦੀ ਦਾਤੀ, ਸਾਰ ਕਹੀਏ ਸ੍ਰੇਸ਼ਟ, ਦਾ ਕਹੀਏ ਦਾਤੀ, ਸ੍ਰੇਸ਼ਟਤਾਈ ਦਾ ਦਾਨ ਦੇਣ ਵਾਲੀ ਦਾਤੀ, ਸ੍ਰੇਸ਼ਟਤਾਈ ਦੇ ਜਿਹੜੇ ਗੁਣ ਆ ਉਹ ਦੇਣ ਵਾਲੀ ਦਾਤੀ। ਹਾਂਜੀ, ਇਹ ਵਿਦਿਆ ਦੀ ਦਾਤੀ, ਇਹੋ ਜਿਹੇ ਸਤ ਸੰਗਤ ਰੂਪੀ ਜਿਹੜਾ ਪ੍ਰਯਾਗਰਾਜ ਆ ਨਾ, ਉਹਦੇ ਵਿੱਚ ਮੈਨੂੰ ਮਿਲ ਕੇ ਤੇ ਮੇਰੀ ਬੁੱਧੀ ਪਵਿੱਤਰ ਕਰੋ, ਤੇ ਮੇਰੇ ਬੁੱਧੀ ਵਿੱਚੋਂ, ਮੇਰੇ ਭਾਵ ਅੰਤःਕਰਨ ਦੇ ਅੰਦਰੋਂ ਜਿਹੜੇ ਮੋਹ ਆਦਿ ਤੇ ਮੋਹ ਤੇ ਆਦ, ਭਾਵ ਮੋਹ ਤੋਂ ਆਦ ਲੈ ਕੇ ਜੋ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਖੀਰੀ ਚੋਰੀ ਯਾਰੀ ਠੱਗੀ ਦੀ ਬਿਰਤੀ ਆ, ਇਹ ਰੂਪੀ ਜਿਹੜੇ ਵਿਕਾਰ ਆ, ਇਹ ਨਸ਼ਟ ਕਰੋ, ਨਸ਼ਟ ਕਰ ਦੇਵੋ। ਤੇ ਹੋਰ ਕੀ ਮੈਨੂੰ ਦਿਓ? ਸ਼ਾਂਤ ਆਦਿ ਦੀਜੈ, ਸ਼ਾਂਤ ਆਦਿ ਭਾਵ ਸ਼ਾਂਤੀ ਤੋਂ ਆਦਿ ਲੈ ਕੇ ਕੀ ਸਤ ਸੰਤੋਖ ਦਇਆ ਧਰਮ ਵਿਚਾਰ ਖਿਮਾ ਧੀਰਜ, ਜਾਨੀ ਕਿ ਜਿੰਨੇ ਵੀ ਦੈਵੀ ਸੰਪਦਾ ਨਾ, ਉਹਦੇ ਜਿਹੜੇ ਗੁਣ ਆ ਉਹ ਮੇਰੇ ਹਿਰਦੇ ਅੰਦਰ ਇਹ ਵਿਦਿਆ ਦੀ ਦਾਤੀ ਦੀਜੇ ਕਹੀਏ ਦੇਣਾ ਕਰੋ। ਉਹ ਮਤਲਬ ਸ਼ੁਭ ਗੁਣ ਦੇ ਦਿਓ, ਦੈਵੀ ਸੰਪਦਾ ਆਸਰੀ ਸੰਪਦਾ ਦਾ ਨਾਸ ਕਰੋ। ਹਰੋ ਆਪਕਾਰੀ, ਸਿੱਧਾ ਜਿਹਾ ਅਰਥ ਲੱਗ ਜਾਂਦਾ, ਕਰੋ ਮੇਦ ਮੇਦਾ, ਮੇਰੀ ਬੁੱਧੀ ਨੂੰ ਪਵਿੱਤਰ ਕਰੋ। ਜਿਸ ਤਰ੍ਹਾਂ ਤਰਬੈਣੀ ਕਹੀਏ ਪ੍ਰਯਾਗਰਾਜ ਗੰਗਾ ਜਮਨਾ ਸਰਸਵਤੀ ਦਾ ਜਲ ਪਵਿੱਤਰ ਆ, ਤੇ ਮੇਰੇ ਅੰਦਰੋਂ ਮੋਹ ਆਦਿਕ ਜਿਹੜਾ ਵਾ ਉਹ ਨਸ਼ਟ ਕਰੋ, ਤੇ ਮੈਨੂੰ ਸ਼ਾਂਤੀ ਤੇ ਸ਼ੁਭ ਗੁਣ ਜਿਹੜੇ ਦੂਜੇ ਕਹੀਏ ਦੇਣਾ ਕਰ। ਹਰੋ ਆਪਕਾਰੀ, ਇਹ ਮਾਤਾ ਮੇਰੇ ਅੰਦਰੋਂ ਆਪਕਾਰੀ ਕਹੀਏ ਜਿਹੜੇ ਆਪਣੇ ਆਪ ਕਰਨ ਵਾਲੇ ਆ ਨਾ, ਔਗੁਣ ਭਾਵ ਬਰਿਆਈ ਵਾਲਾ ਸੁਭਾਅ, ਮਲੀਨ ਕੰਮ ਕਰਨੇ ਮੈਲੇ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਜਿਹੜੇ ਵਿਸ਼ੇ ਹੈ, ਇਹਨਾਂ ਨੂੰ ਤੁਸੀਂ ਇਹ ਸਾਰਦਾ ਜੀ ਵਿਦਿਆ ਦੀ ਦਾਤੀ ਮੇਰੇ ਅੰਦਰੋਂ ਹਿਰਦੇ ਅੰਦਰੋਂ ਹਰੋ ਕਹੀਏ ਨਾਸ ਕਰੋ, ਨਾਸ ਕਰ ਦੇਵੋ। ਤੇ ਕਿਉਂ ਵੀ ਕੀ ਹੋ ਜਾਏਗਾ ਜਦੋਂ ਇਹ ਮਲੀਨ ਕਰਮ, ਬੁਰਿਆਈ ਵਾਲਾ ਸੁਭਾਅ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਵਿਸ਼ੇ ਇਹ ਨਾਸ ਹੋ ਜਾਣਗੇ। ਇਹਨਾਂ ਦੇ ਨਾਸ ਹੋਣੇ ਕਰਕੇ ਮੇਰਾ ਹਿਰਦਾ ਜਿਹੜਾ ਵਾ ਸ਼ੁੱਧ ਹੋ ਜਾਊਗਾ, ਤੇ ਜਦੋਂ ਹਿਰਦੇ ਵਿੱਚ ਸਫਾਈ ਹੋ ਜਾਊਗੀ ਤੇ ਹਿਰਦੇ ਧਾਮ ਕੀਜੈ, ਤੇ ਫਿਰ ਆਪ ਮੇਰੇ ਹਿਰਦੇ ਕਹੀਏ ਅੰਤੈ ਕਾਰਨ ਹਿਰਦੇ ਰੂਪੀ ਧਾਮ ਕਹੀਏ ਘਰ ਦੇ ਵਿੱਚ ਕੀਜੈ ਕਹੀਏ ਨਿਵਾਸ ਕਰ ਜਾਓਗੇ। ਕੀਜੇ ਨਾਮ ਕਰੋ ਦਾ, ਘਰ ਵਿੱਚ ਨਿਵਾਸ ਕਰੋਗੇ। ਮੈਨੂੰ ਸ਼ਾਂਤੀ ਦਿਓ, ਮੇਰੇ ਔਗੁਣ ਬੁਰਾਈ ਵਾਲੇ ਸੁਭਾਅ ਨੂੰ ਹਰੋ ਕਹੀਏ ਨਾਸ ਕਰੋ, ਇਹ ਨਾਸ ਕਰੋ, ਤੇ ਹਿਰਦੇ ਧਾਮ ਕੀਜੈ, ਮੇਰੇ ਹਿਰਦੇ ਵਿੱਚ ਹਿਰਦੇ ਰੂਪੀ ਘਰ 'ਚ ਨਿਵਾਸ ਕਰੋ। ਇਹ ਕਹਿ ਰਹੇ ਹਨ। ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਲਵੋ, ਭਾਵ ਮੇਰਾ ਹਿਰਦਾ ਜਿਹੜਾ ਆਪਣਾ ਘਰ ਕਰ ਲਓ, ਕਿਉਂਕਿ ਜਦੋਂ ਤੁਸੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਨਿਵਾਸ ਕਰੋਗੇ ਤੇ ਮੈਂ ਬੜਾ ਸੌਖੇ ਢੰਗ ਨਾਲ ਗ੍ਰੰਥੀ ਰਚਨਾ ਕਰ ਲਵਾਂਗਾ, ਕਿਉਂਕਿ ਮੈਨੂੰ ਕਵਿਤਾ ਸਫੁਰਨ ਲੱਗ ਜਾਊਗੀ। ਜਿੰਨਾ ਚਿਰ ਮੇਰੇ ਅੰਦਰ ਔਗੁਣ ਆ, ਉਹਨਾਂ ਚਿਰ ਔਗੁਣ ਵਿੱਚ ਭਟਕਦੇ ਰਹਿਣੇ ਆ, ਤੇ ਉਦੋਂ ਮੇਰੀ ਬੇਨਤੀ ਖਿੰਡ ਜਾਣੀ, ਫਿਰ ਮੇਰੇ ਕੋਲ ਲਿਖਿਆ ਪੜ੍ਹਿਆ ਨਹੀਂ ਜਾਣਾ। ਤਾਂ ਕਰਕੇ ਇਹ ਵਰ ਮੰਗ ਰਹੇ ਆ ਵਿਦਿਆ ਦੀ ਦਾਤੀ, ਕਵਿਤਾ ਦੀ ਦਾਤੀ ਪਾਸੋਂ। ਇਹਦਾ ਇਹੀ ਅਰਥ ਸੰਪਰਦਾ ਦੇ ਵਿੱਚ ਮਹਾਂਪੁਰਸ਼ ਗਿਆਨੀ ਕਰਦੇ ਆ। ਹੋਰ ਵੀ ਮਹਾਂਪੁਰਸ਼ਾਂ ਦੀ ਜਿੰਨੀ ਤਾਕਤ ਉਹ ਕਰ ਸਕਦੇ ਆ। ਮੁੱਖ ਰੂਪ ਵਿੱਚ ਇਹੀ ਨਿਜ ਪ੍ਰਯੋਜਨ। ਹੁਣ ਆਪਣਾ ਪ੍ਰਯੋਜਨ ਲਿਖਣ ਲੱਗੇ।
दोहरा अब श्री सार कतावली। हथ श्री सार कतावली हथ पाठ। हथ कहिए होण इस तो उपरंत। हथ नाम हुंदा होण दा जां इस तो बाद। आ जो उपर मंगल कीते हुण इन्हां तो बाद। इस तो उपरंत ते हों जां हथ कहिए होण श्री जो सुभाएमान श्रोमणी शोभा वाला। ये सार कतावली। सार कतावली जिहड़ा ग्रंथ है। सार कहिए श्रेष्ठ। औंकड़ विच निकलना ऊड़ा ते बनना उगत। सार उगत ते नाल जुगतियां भावार्थी ला लेना। जे कहना उगतियां जुगतियां ਜਿਹੜੇ ਚੰਗੀਆਂ ਉਗਤੀਆਂ ਜੁਗਤੀਆਂ ਦਲੀਲਾਂ बड़े सोहने ढंग नाल लिखिया होया ग्रंथ आ। सारनाम की श्रेष्ठ का औंकड़ च निकलिया ऊड़ा बन गया उगत। उगतियां ते जुगतियां जुगतियां कोलों ला लेना। उगतियां जुगतियां इक्को गल आ। दलीलां चंगियां दलीलां देनी। दलीलां दियां दी हुण तत्ते विचों ही निकलना ऐड़ा क्योंकि हरेक मुक्ति अखर चों ऐड़ा निकलदा। कई विद्वान ये कह देंदे भी कन्ने विच ऐड़ा निकलिया। कन्ने विच भी ऐड़ा निकलदा वा ते मुक्ति अखर च भी ऐड़ा निकलदा। इत्थे आपां जे कहांगे भी कन्ने विच निकल गया ऐड़ा ते ओह कई थावां ते इदां ही निकलदा उत्थे कन्ना भी रह जांदा ऐड़ा भी कढ लैंदे ते पर आपां इत्थों इदां ही कर लेने भी तत्ते विचों निकल गया ऐड़ा ते कन्ना रह गया उदा बन गया आवली। आवली ना भगती दा हुंदा भगतियां दा तुगां दा भाव भी आथ कहते होण इस तो उपरंत मंगलों तो उपरंत श्री जो सुभाएमान शोभा वाला श्रोमणी। सार जो श्रेष्ठ उगत कहिए उगतियां जुगतियां दी आवली कहिए पंक्तियां वाला। इस सार कतावली ग्रंथ है ये जिहड़ा सार कतावली ग्रंथ है शोभा वाला भाखा कृत हरदयाल। कहते मैं जो पंडित हरदयाल मेरा नाम है। इसनूं भाखा कहिए भाषा आम लोक बोली विच जिन्हों सारे पढ़ सकते जिवें हुण आपां समझी जाने ते इस आम बोली विच कृत कहिए लिखना करदा हाँ उचारणा करदा हाँ ते क्योंकि ये उंज ते है सार कतावली ग्रंथ जिहड़ा संस्कृत विच भाखा कृत जिहड़ी किरत दा भाव ये हुंदा वा भी ये पहला ग्रंथ जिहड़ा सी होर भाषा विच सी। भाव की आ कि संस्कृत भाषा विच लिखिया होया जो कि हुण मनुख मात्र हरेक मनुख जिहड़ा संस्कृत भाषा दा जानकार नहीं है ते ओह ग्रंथ दा लाभ नहीं लै सकदा क्योंकि जिन्हों संस्कृत आऊगी ਉਹੀ ਇਹ ग्रंथ ਨੂੰ पढ़ सकदा। इसलिए पंडित हरदयाल जी कहते भी मैं उपकार करदा होया ना इस ग्रंथ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਵੀ ਪਤਾ ਲੱਗ ਸਕੇ ਕੋਈ ਸਾਰ ਕਤਾਵਲੀ ਗ੍ਰੰਥ ਹੈ ਬੜਾ ਸੋਹਣਾ ਬੜੇ ਸੋਹਣੀ ਉਗਤੀਆਂ ਜੁਗਤੀਆਂ ਵਾਲਾ। ਕਹਿੰਦੇ ਆਮ ਬੋਲੀ ਵਿੱਚ ਲਿਖ ਦਿੱਤਾ ਆ ਲਿਖ ਦਿੰਦਾ ਤੇ ਲਿਖ ਦੇ ਰਿਹਾ ਹਾਂ ਕਿ ਜੋ ਹਰੇਕ ਮਨੁੱਖ ਨੂੰ ਸੌਖਿਆਂ ਹੀ ਸਮਝ ਆ ਸਕੇ ਪੜ੍ਹ ਸਕੇ ਕਿਉਂਕਿ ਆਮ ਬੋਲੀ ਸਾਰੇ ਪੜ੍ਹ ਲੈਂਦੇ ਆਮ ਸਮਝ ਜਾਂਦੇ ਤੇ ਲੋਕ ਬੋਲੀ ਵਿੱਚ ਕੀਤੀ ਗੱਲ अनजान तो अनजान मनुख भी समझ लेंदा भाव जिहड़ा एडा बुद्धि तेज वाला नहीं ना वो भी पढ़ पुढ़ लेंदा फिर वो भी पढ़ लैंदा जदों वो सुनदा गिणदा फिर उसदी रुचि ग्रंथ पढ़न विच लग जांदी। आम बोली दा यही अर्थ हुंदा। संस्कृत विच एक संत होए आ होए नहीं मतलब वो कथा कर रहे इस वक्त उन्होंने कुछ अध्याय कीते आ। पहला वो संस्कृत दे जिहड़ा लिखिया उहदा अर्थ करदे दूजा जिहड़ी आम आपां जिहदे अर्थ करने इहदा करदे। सो आपां ते लैना सार सिद्धांत। संस्कृत च पढ़ांगे तो विद्वता है बहुती जे इदां पढ़ांगे तो आपां जिहड़ा तत कढ लवांगे। सो कहंदे भी हुण श्रोमणी सार कतावली ग्रंथ जिहड़ा पंडित हरदयाल जी कहते मैं भाखा कहिए आम भाषा विच कृत कहिए करदा हाँ जिहदे विच सारिआं नूं समझ आ सके सारे पढ़ लैन सारे विद्वान घट बुद्धि वाले भी पढ़ के लाहा लै सकन। वरणार्थ के दुख को कवि जी हुण इत्थे अपनी बड़ी निम्रता नाल बयान करते हैं कि
हे माई भाई विद्वानों संतो महापुरुषों ज्ञानियों ग्रंथ ਨੂੰ ਪੜ੍ਹਨ ਵਾਲਿਓ ਵਰਨ ਅਰਥ ਕੇ ਦੁੱਖ ਕੋ ਕਿ ਜਿਹੜਾ ਇਹ ਗ੍ਰੰਥ ਲਿਖਿਆ ਨਾ ਮੈਂ ਸਰਗਦਾਵਲੀ ਇਸ ਗ੍ਰੰਥ ਦੇ ਜਿਹੜੇ ਵਰਨ ਕਹੀਏ ਅੱਖਰ ਆ ਅਰਥ ਕਹੀਏ ਅਰਥ ਆ ਭਾਵ ਅੱਖਰਾਂ ਦੇ ਅਰਥਾਂ ਦੇ ਜਿਹੜੇ ਦੋਸ਼ ਆ ਨਾ ਅੰਦਰ ਕੋਈ ਰਹਿ ਗਏ ਆ ਤੇ ਉਹਨਾਂ ਦੋਸ਼ਾਂ ਨੂੰ ਨਾ ਚਿਤਾਰਦੇ ਹੋਏ ਸੰਭਾਲ ਕੇ ਦੋਖ ਕੋ ਵਰਨਾਂ ਦੇ ਭਾਵ ਅੱਖਰਾਂ ਦੇ ਅਰਥਾਂ ਦੇ ਕਿਹਦੇ ਅਰਥ ਦੇ ਅੱਖਰਾਂ ਅਰਥਾਂ ਦੇ ਜਿਹੜੇ ਦੋਖ ਆ ਨਾ ਦੋਸ਼ਾਂ ਨੂੰ ਬੁੱਧ ਜਨ ਪੜ੍ਹੋ ਸੰਭਾਲ ਉਹਨਾਂ ਅੱਖਰਾਂ ਨੂੰ ਵੀ ਸਹੀ ਨਹੀਂ ਲਿਖੇ ਅਰਥਾਂ ਨੂੰ ਇਹਨਾਂ ਦੋਸ਼ਾਂ ਨੂੰ ਨਾ ਚਿਤਾਰਦੇ ਹੋਏ ਨਾ हे ਬੁੱਧੀ ਜਨੋ ਵਿਦਵਾਨੋ ਸੱਜਣੋ ਮਹਾਂਪੁਰਸ਼ੋ ਗਿਆਨੀਓ ਇਹ ਪੜ੍ਹੋ ਸੰਭਾਲ ਕਰਕੇ ਪੜ੍ਹਨਾ ਕਰੋ ਐ ਸੰਭਾਲ ਕੇ ਪੜ੍ਹੋ ਆਪਣੀ ਇਹ ਨਿਮਰਤਾ ਦੱਸੀ ਆ ਵੀ ਜੇ ਮੇਰੇ ਕੋਲ ਕੋਈ ਅੱਖਰ ਵੱਧ ਘੱਟ ਰਹਿ ਗਿਆ ਹੋਵੇ ਨਾ ਜਾਂ ਹੁਣ ਛੰਦ ਭੰਗ ਦੂਸ਼ਣ ਕੋਈ ਰਹਿ ਗਿਆ ਹੋਵੇ ਵੀ ਛੰਦ ਪੂਰਾ ਨਾ ਲਿਖਿਆ ਗਿਆ ਵਿੱਚ ਮਾਤਰਾ ਕੋਈ ਰਹਿ ਗਈ ਹੋਵੇ ਅਰਥ ਵਿੱਚ ਤੁਹਾਨੂੰ ਕੋਈ ਦੋਸ਼ ਨਜ਼ਰ ਆਵੇ ਤਾਂ ਬੁੱਧੀ ਜਨੋ ਵਿਦਵਾਨੋ ਮਹਾਂਪੁਰਸ਼ੋ ਕਹਿੰਦੇ ਇਹਨੂੰ ਪੜ੍ਹੋ ਸੰਭਾਲ ਐ ਸੰਭਾਲ ਕੇ ਨਾ ਭਾਵ ਸ਼ੁੱਧ ਕਰਕੇ ਪੜ੍ਹ ਲੈਣਾ ਕਰੋ ਭਾਵ ਮੇਰੇ ਵਿੱਚ ਔਗੁਣੀ ਨਾ ਵੇਖੀ ਜਾਇਓ ਮੇਰੇ ਅਪਰਾਧ ਵੇਖ ਕੇ ਖਿਮਾ ਹੀ ਧਾਰਨ ਕਰਨੀ ਇਹ ਨਾ ਵੇਖੀ ਜਾ ਵੀ ਗਲਤ ਲਿਖਤਾ ਕਰਤਾ ਜੇ ਕਰਤਾ ਸਗੋਂ ਆਪ ਨੂੰ ਸੋਧ ਸੁਧਾ ਕੇ ਤੇ ਇਹ ਬੁੱਧੀ ਜਨੋ ਮਹਾਂਪੁਰਸ਼ੋ ਵਿਦਵਾਨੋ ਸੰਭਾਲ ਕੇ ਪੜ੍ਹੋ ਇਹਦਾ ਤਤ ਸਿਧਾਂਤ ਇਹਦੇ ਵਿੱਚੋਂ ਅਰਥ ਲੈ ਕੇ ਜੀਵਨ ਸਫਲਾ ਕਰੋ ਤੇ ਹੋਰ ਵਿਦਿਆਰਥੀਆਂ ਦਾ ਵੀ ਕਰਾਓ ਨੌ ਘਟ ਦਵੈ ਸਤ ਮੂਲ ਬ੍ਰਿਤ ਇਹਨੂੰ ਦਵੈ ਸਤ ਪੜ੍ਹਨਾ ਦਵੈਸਤ ਨਹੀਂ ਕਹਿਣਾ ਹੁਣ ਇਸ ਗ੍ਰੰਥ ਬਾਰੇ ਜਾਣਕਾਰੀ ਦਿੰਦੇ ਆ ਕਿ ਇਹ ਸਾਰ ਕਿਤਾਬੀ ਗ੍ਰੰਥ ਵਿੱਚ ਦਵੈ ਕਹੀਏ 2 ਸਤ ਕਹੀਏ 100 200 ਤੋਂ 9 ਘੱਟ 9 ਕਹੀਏ 9 ਘੱਟ ਕਹੀਏ ਘੱਟ ਭਾਵ ਕਿ 100 ਵਿੱਚੋਂ 9 ਘੱਟ ਭਾਵ 200 ਵਿੱਚੋਂ 9 ਘੱਟ ਵੀ 191 ਬਣ ਗਿਆ ਕਿੰਨਾ ਦਵੈ ਸੱਤ 200 ਵਿੱਚੋਂ 9 ਘੱਟ ਬਣ ਗਿਆ 191 ਮੂਲ ਬ੍ਰਿਤ ਇਸ ਦੇ ਜਿਹੜੇ ਮੂਲ ਕਹੀਏ ਮੋਢੇ ਆ ਨਾ ਬ੍ਰਿਤ ਕਹੀਏ ਛਾਂਦੇ ਭਾਵ ਇਹਦੇ ਸਾਰੇ ਜਿਹੜੇ ਛਾਂਦੇ 191 ਆ ਮੂਲ ਰੂਪ ਵਿੱਚ 15 ਤੇ ਅਧਿਆਏ ਤੇ ਇਸ ਗ੍ਰੰਥ ਦੇ 15 ਕਹੀਏ 15 ਅਧਿਆਏ ਹਨ ਮੂਲ ਛਾਂ ਦੇ 191 ਕਹੇ ਆ ਇਹ ਸਾਰ ਕਿਤਾਵਲੀ ਨਾਮ ਦੇ ਸੰਸਕ੍ਰਿਤ ਗ੍ਰੰਥ ਵਿੱਚ ਆਈ ਗਿਣਤੀ ਜਿਹੜਾ ਸੰਸਕ੍ਰਿਤ ਗ੍ਰੰਥ ਆ ਨਾ ਉਹਦੇ ਵਿੱਚ 191 ਹੀ ਮੂਲ ਛੰਦ ਆ ਮੁੱਖ ਬਾਕੀ ਤੇ ਆ ਕਹਿੰਦੇ ਵੀ 191 ਛੰਦ ਆ ਤੇ ਬਾਕੀ ਜਿਵੇਂ ਮੈਂ ਲਿਖਿਆ ਪਹਿਲਾਂ ਵੀ ਮੰਗਲ ਵੀ ਕੀਤੇ ਆ ਕਈ ਥਾਵਾਂ ਤੇ ਲਿਖਿਆ ਵੀ ਹੁਣ ਇੰਨੇ ਸ਼ਲੋਕ ਉਚਾਰਾਂਗਾ ਫਿਰ ਮਗਰੋਂ ਗਿਣਤੀ ਦੱਸੀ ਵੀ ਇੰਨੇ ਆਏ ਆ ਉਹ ਪਾ ਪੂ ਕੇ ਵੱਧ ਹੋ ਜਾਂਦੇ ਆ ਉਂਝ ਕਹਿੰਦੇ ਮੂਲ 191 ਹੀ ਆ ਇਹਦੇ ਵਿੱਚ ਛੰਦ ਤੇ 15 ਅਧਿਆਏ ਆ ਇਹ ਤੋਂ ਇਹਨਾਂ ਸਿੱਧ ਕਰ ਦਿੱਤਾ ਵੀ ਇੰਨੇ ਛੰਦ ਆ ਇੰਨੇ ਅਧਿਆਏ ਆ ਵੀ ਕੋਈ ਹੇਰ ਫੇਰ ਕਰਕੇ ਆਪਣਾ ਨਾ ਕੋਈ ਦੋਹਰਾ ਪਾ ਸਕੇ ਕਿਉਂਕਿ ਕਈਆਂ ਨੂੰ ਆਦਤ ਹੁੰਦੀ ਹੈ ਉਹ ਆਪਣੀ ਵਿਦਵਤਾ ਕਰਨ ਆਵਾਜ਼ ਵਿੱਚ ਦੋਹਰਾ ਪਾ ਸਕਦੇ ਵਿੱਚ ਰਲਾ ਨਾ ਪਾ ਸਕਣ ਤਾਂ ਕਰਕੇ ਕਹਿੰਦੇ 15 ਇਹਦੇ ਅਧਿਆਏ ਆ ਤੇ ਮੂਲ ਰੂਪ ਵਿੱਚ ਸੰਸਕ੍ਰਿਤ ਗ੍ਰੰਥ ਦੇ ਬ੍ਰਿਤ ਜਿਹੜੇ ਛੰਦ ਆ 191 ਹੀ ਹਨ ਕੰਠ ਧਰੇ ਜੜਤਾ ਹਰੇ ਹੁਣ ਇਹ ਤੁਕ ਦੇ ਵਿੱਚ ਇਸ ਗ੍ਰੰਥ ਨੂੰ ਪੜ੍ਹਨ ਦਾ ਫਲ ਕਥਨ ਕਰਦੇ ਆ ਕਿ ਜੋ ਇਸ ਗ੍ਰੰਥ ਨੂੰ ਕੰਠ ਧਰੇਗਾ ਭਾਵ ਯਾਦ ਕਰਕੇ ਪੜ੍ਹਦਾ ਜਿਹੜਾ ਨੂੰ ਕੰਠ ਧਾਰੇਗਾ ਨਾ ਗਲੇ ਵਿੱਚ ਧਾਰੇਗਾ ਭਾਵ ਕੰਠ ਕਰੇਗਾ ਤੇ ਨਾਲੇ ਪੜ੍ਹਦਾ ਹੈ ਨਾਲੇ ਕੰਠ ਕਰਦਾ ਹੈ ਕੰਠ ਧਾਰਦਾ ਹੈ ਗਲੇ ਵਿੱਚ ਰੱਖਦਾ ਹੈ ਯਾਦ ਰੱਖਦਾ ਹੈ ਜੜਤਾ ਹਰੇ ਇਹ ਗ੍ਰੰਥ ਉਸਦੀ ਜੜਤਾ ਕਹੀਏ ਜਿਹੜੀ ਮੂਰਖਤਾ ਉਹਨੂੰ ਹਰੇ ਕਹੀਏ ਨਾਸ ਕਰ ਦਿੰਦਾ ਨਾਸ ਹੀ ਕਰ ਦਿੰਦਾ ਮੂਰਖਤਾ ਨਾਸ ਕਰ ਦਿੰਦਾ ਤੇ ਵਿਦਵਤਾ ਭਰ ਦਿੰਦਾ ਮੰਗਲ ਅੰਗ ਲਗਾਏ ਅਤੇ ਅੰਗ ਕਹੀਏ ਹਿਰਦੇ ਵਿੱਚ ਮੰਗਲ ਕਹੀਏ ਖੁਸ਼ੀਆਂ ਲਗਾਏ ਕਹੀਏ ਲੱਗ ਆਉਂਦੀਆਂ ਜੋ ਅੰਗ ਲਗਾਏ ਨਾਮ ਭਾਵ ਮਨ ਦਾ ਵੀ ਹਿਰਦਾ ਮਨ ਇੱਕ ਹੀ ਗੱਲ ਹੁੰਦੀ ਆ
ਇਹ ਹਿਰਦੇ ਦੇ ਨਾਮ ਆ। ਮਨ ਬੁੱਧ ਚਿੱਤ ਅਹੰਕਾਰ, ਚਾਰ ਨਾਮ ਚਾਰ ਬਿਰਤੀਆਂ ਕਰਕੇ ਆ। ਅੰਤਿਆਕਰਨ ਇੱਕ ਨਾਮ ਆ। ਤੇ ਮਨ ਕਹਿ ਲਓ ਤਾਂ ਵੀ ਹਿਰਦਾ ਹੀ ਬਣਦਾ ਜਾ ਕੇ। ਇਸ ਕਰਕੇ ਅੰਗ ਦਾ ਅਰਥ ਮਨ ਵੀ। ਜੋ ਵੀ ਮਨ ਲਗਾ ਕੇ ਇਸ ਗ੍ਰੰਥ ਨੂੰ ਪੜ੍ਹੇਗਾ, ਵਿਚਾਰੇਗਾ, ਕੰਠ ਰੱਖੇਗਾ, ਉਹਦੀ ਮੂਰਖਤਾ ਵੀ ਹਰੇਗਾ। ਤੇ ਉਸ ਲਈ ਜਿਹੜਾ ਗ੍ਰੰਥ ਆ ਉਹ ਮੰਗਲ ਰੂਪ ਹੋ ਜਾਊ, ਭਾਵ ਨੂੰ ਖੁਸ਼ੀਆਂ ਖੁਸ਼ੀਆਂ ਬਖਸ਼ੂ, ਖੁਸ਼ੀਆਂ ਖੁਸ਼ੀਆਂ ਪ੍ਰਦਾਨ ਕਰਨ ਵਾਲਾ ਗ੍ਰੰਥ ਹੈ। ਇਸ ਕਰਕੇ ਭਾਈ ਅੰਗ ਲਗਾ ਕੇ ਕਹੀਏ, ਹਿਰਦੇ ਵਿੱਚ ਲਗਾ ਕੇ ਨਾ ਧਾਰਨ ਕਰਕੇ, ਅੰਗ ਕਹੀਏ ਮਨ 'ਚ ਲਗਾ ਕੇ ਪੜ੍ਹੋ, ਵਿਚਾਰੋ, ਕੰਠ ਧਾਰੋ, ਜੜਤਾ ਹਰੋ, ਨਾਸ ਕਰੋ ਤੇ ਮੰਗਲ ਹੀ ਮੰਗਲ ਪ੍ਰਾਪਤ ਕਰੋ, ਖੁਸ਼ੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਖਾ ਸਾਰ ਕੁਤਾਵਲੀ। ਭਾਖਾ ਕਹੀਏ ਭਾਸ਼ਾ। ਆਮ ਲੋਕ ਬੋਲੀ ਵਿੱਚ ਇਸ ਗ੍ਰੰਥ ਦਾ ਜਿਹੜਾ ਨਾਮ ਹੈ, ਹੁਣ ਨਾਮ ਦੱਸ ਲੱਗੇ ਤੇ ਨਾ ਇਹ ਗ੍ਰੰਥ ਦੀ, ਕਹਿੰਦੇ ਆਮ ਬੋਲੀ ਵਿੱਚ, ਆਮ ਜਿਹੜੀ ਭਾਸ਼ਾ ਜਿਹੜੀ ਸਾਰੀ ਆਮ ਹੀ ਸਾਡੀ ਲੋਕਾਂ ਦੀ ਬੋਲੀ ਆ, ਇਸ ਆਮ ਬੋਲੀ ਵਿੱਚ ਦੇ ਗ੍ਰੰਥ ਦਾ ਨਾਮ ਹੈ ਸਾਰ ਕੁਤਾਵਲੀ। ਸਾਰ ਕੁਤਾਵਲੀ ਦਾ ਨਾਮ ਹੈ। ਸੂਕਤਾਵਲੀ ਮੂਲ, ਪਰ ਕਹਿੰਦੇ ਮੂਲ ਜਿਹੜਾ ਮੁੱਢ ਦਾ ਨਾਮ ਹੈ ਨਾ, ਇਹਦਾ ਮੂਲ ਭਾਵ ਸੰਸਕ੍ਰਿਤ। ਸੰਸਕ੍ਰਿਤ ਵਿੱਚ ਇਹਦਾ, ਕਿਉਂਕਿ ਜਿੱਥੇ ਮੂਲ ਨਾਮ ਤਾਂ ਲਿਖਿਆ ਵੀ ਜਿਹੜਾ ਮੁੱਢ ਵਿੱਚ ਗ੍ਰੰਥ ਲਿਖਿਆ ਉਹ ਕੀ ਸੰਸਕ੍ਰਿਤ 'ਚ ਲਿਖਿਆ ਸੀ। ਇਸ ਕਰਕੇ ਕਹਿੰਦੇ ਸੰਸਕ੍ਰਿਤ ਵਿੱਚ ਮੂਲ ਦਾ ਅਰਥ ਲੈਣਾ ਸੰਸਕ੍ਰਿਤ। ਸੰਸਕ੍ਰਿਤ ਵਿੱਚ ਇਸਦਾ ਨਾਮ ਜਿਹੜਾ ਸੂਕਤਾਵਲੀ ਹੈ। ਕੇਚਿਤ ਭਾਖੈ ਸਭਾ ਜਿਤ। ਕੇਚਿਤ ਕਹੀਏ ਕਈ, ਜਿਹੜੇ ਕੇਚਿਤ ਨਾਮ ਕਈ ਜਿਹੜੇ ਹੈ ਨਾ, ਭਾਵ ਵਿਦਵਾਨ ਜਨ। ਕੇਚਿਤ ਜਿਹੜੇ ਨਾਮ ਕਈ ਕੌਣ? ਵਿਦਵਾਨ। ਕਈ ਵਿਦਵਾਨ ਜਨ ਇਸ ਦਾ ਨਾਮ ਜਿਹੜਾ ਹੈ ਨਾ ਕੇਚਿਤ ਭਾਖੈ ਸਭਾ ਜਿਤ, ਭਾਵ ਕਈ ਵਿਦਵਾਨ ਜਨ, ਪੜ੍ਹਨ ਵਾਲੇ ਗੁਣੀ ਜਨ ਇਹਦਾ ਨਾਮ ਸਭਾ ਚਿੱਤ ਵੀ ਭਾਖੇ ਕਹੀਏ ਉਚਾਰਨ ਕਰਦੇ। ਸਭਾ ਨਾਮ ਹੁੰਦਾ, ਸਭਾ ਜਿੱਥੇ ਵਿਦਵਾਨਾਂ ਦੀ ਸਭਾ ਲੱਗਦੀ, ਵੀ ਇਹ ਸਭਾ ਨੂੰ ਜਿੱਤਣ ਵਾਲਾ ਗ੍ਰੰਥ ਆ। ਸਭਾ ਨੂੰ ਜਿੱਤਣ ਵਾਲਾ ਕਈ ਵਿਦਵਾਨ ਦਾ ਨਾਮ ਭਾਖੇ ਕਹੀਏ ਉਚਾਰਨ ਕਰਦੇ। ਤ੍ਰਿਤੀ ਨਾਮ ਅਨੁਕੂਲ, ਕਹਿੰਦੇ ਇਹ ਤਿੰਨ ਨਾਮ ਹੈ। ਤੇ ਨਾਮ ਇਹ ਨਹੀਂ ਵੀ ਗਲਤ ਵਾ, ਵੀ ਤੁਸੀਂ ਕਹੋ ਵੀ ਸੂਕਤਾਵਲੀ ਦਾ ਨਾਮ ਹੈ, ਕੋਈ ਕਹੇ ਨਹੀਂ ਸਾਰ ਕੁਤਾਵਲੀ, ਕੋਈ ਕਹੇ ਵੀ ਨਹੀਂ ਇਹਦਾ ਨਾਮ ਸਭਾ ਜਿੱਤ ਹੈ। ਕਹਿੰਦੇ ਨਾ, ਇਹ ਜਿਹੜੇ ਤ੍ਰਿਤੀ ਨਾਮ ਤਿੰਨੇ ਨਾਮ ਹੈ ਨਾ, ਸਾਰ ਕੁਤਾਵਲੀ, ਸੂਕਤਾਵਲੀ, ਸਭਾ ਜਿੱਤ, ਇਹ ਗ੍ਰੰਥ ਦੇ ਸਿਧਾਂਤ ਅਨੁਸਾਰ ਜੋ ਇਹਦੀ ਸਿੱਖਿਆ ਵਾ, ਜੋ ਇਹ ਸਿੱਧ ਕਰਦਾ ਉਹਦੇ ਅਨੁਸਾਰ ਬਿਲਕੁਲ ਅਨੁਕੂਲ ਅਨੁਸਾਰੀ ਹਨ, ਠੀਕ ਹਨ। ਇਹਦੇ ਵਿੱਚ ਕੋਈ ਵੀ ਹੇਰ ਫੇਰ ਨਹੀਂ, ਕੋਈ ਝਗੜੇ ਵਾਲੀ ਗੱਲ ਨਹੀਂ, ਬਿਲਕੁਲ ਸਹੀ ਨਾਮ ਹੈ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ। ਤੇ ਇੱਥੋਂ ਤੱਕ ਜਿਹੜੇ ਆ ਉਹ ਗ੍ਰੰਥ ਦਾ ਫਲ, ਗ੍ਰੰਥ ਦੇ ਛੰਦ, ਗ੍ਰੰਥ ਵਿੱਚ ਆਪਣੀ ਗ੍ਰੰਥ ਦੇ ਲਿਖਣ ਦੀ ਨਿਮਰਤਾ, ਕਵੀ ਸਾਹਿਬ ਜੀ ਇਹ ਗ੍ਰੰਥ ਦੇ ਨਾਮ, ਸਾਰਦਾ ਦਾ ਮੰਗਲ, ਸਾਰਾ ਕੁਝ ਜਿਹੜਾ ਹੈ ਇਹ 2-4 ਛੰਦਾਂ ਦੇ ਵਿੱਚ ਲਿਖ ਦਿੱਤਾ ਹੈ। ਅੱਗੇ ਜਿਹੜੇ ਧਰਮ ਦੀ ਸਿੱਖਿਆ ਦੇਣ ਲਈ ਅਧਿਆਏ ਆਰੰਭ ਕਰ ਹੀ ਦੇਣਗੇ। ਸੋ ਆਪਾਂ ਕੱਲ੍ਹ ਵਿਚਾਰ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ ਦੋਹਰਾ ਪੜ੍ਹ ਕੇ। ਭਾਖਾ ਸਾਰ ਕੁਤਾਵਲੀ, ਸੂਕਤਾਵਲੀ ਮੂਲ, ਕੇਚਿਤ ਭਾਖੈ ਸਭਾ ਜਿਤ, ਤ੍ਰਿਤੀ ਨਾਮ ਅਨੁਕੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।